ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ ਦੇ ਵੱਲ ਕਰਾਂਗੇ। ਜੀ ਹਾਂ, ਸੰਯੁਕਤ ਕਿਸਾਨ ਮੋਰਚੇ ਨੇ ਸੰਪੂਰਨ ਕ੍ਰਾਂਤੀ ਦਿਹਾੜਾ ਮਨਾਉਣ ਦਾ ਐਲਾਨ ਕਰ ਦਿੱਤਾ ਹੈ। 5 ਜੂਨ ਨੂੰ ਇਹ ਦਿਹਾੜਾ ਮਨਾਇਆ ਜਾਣਾ। ਦੱਸਦੀ ਹੈ ਕਿ 5 ਜੂਨ ਨੂੰ 1 ਸਾਲ ਪੂਰਾ ਹੋ ਜਾਏਗਾ ਖੇਤੀ ਕਾਨੂੰਨਾਂ ਨੂੰ ਆਇਆਂ ਨੂੰ। 1 ਸਾਲ ਪੂਰਾ ਹੋਣ ਤੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੰਪੂਰਨ ਕ੍ਰਾਂਤੀ ਦਿਹਾੜਾ ਮਨਾਇਆ ਜਾਣਾ। ਇਸ ਦਿਨ ਸਾਰੇ ਭਾਜਪਾ ਦੇ ਐਮਪੀਆਂ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਣਾ ਹੈ ਕਿਸਾਨਾਂ ਦੇ ਵੱਲੋਂ ਤੇ ਉੱਥੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਨੇ। ਇਸ ਗੱਲ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਹੈ ਤੇ ਇਸ ਦੇ ਪਿੱਛੇ ਮੰਤਵ ਕੀ ਹੋ ਸਕਦਾ ਹੈ ਕਿਸਾਨਾਂ ਦਾ, ਇਸ ਲਈ ਚੱਲਦੇ ਹਾਂ ਸਿੱਧਾ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਕਿਸਾਨਾਂ ਦਾ ਨਵਾਂ ਐਲਾਨ ਹੋਇਆ? ਦੇਖੋ, 26 ਮਈ ਨੂੰ ਜਦੋਂ ਕਾਲਾ ਦਿਵਸ ਕਾਮਯਾਬ ਰਿਹਾ, ਉਸੇ ਵੇਲੇ ਕਿਸਾਨ ਅੰਦੋਲਨ ਨੇ ਤੈਅ ਕਰ ਲਿਆ ਸੀ, ਕਿਸਾਨ ਮੋਰਚੇ ਨੇ ਤੈਅ ਕਰ ਲਿਆ ਸੀ ਕਿ ਅਸੀਂ ਹੁਣ ਠੋਸ ਪ੍ਰੋਗਰਾਮ ਉਲੀਕਾਂਗੇ ਔਰ ਸਰਕਾਰ ਤੇ ਦਬਾਅ ਬਣਾਉਣ ਦੀ ਨੀਤੀ ਤੇ ਹੁਣ ਕੰਮ ਕਰ ਰਹੇ ਨੇ ਕਿਸਾਨ ਅੰਦੋਲਨ ਵਾਲੇ। ਔਰ ਇਸੇ ਕਰਕੇ ਜੋ ਮੈਨੂੰ ਪਤਾ ਲੱਗਿਆ, ਜਿਹੜਾ ਫੈਸਲਾ ਕੀਤਾ 5 ਜੂਨ ਦਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਪ੍ਰੋਟੈਸਟ ਕਰਨਾ ਹੈ, ਪ੍ਰਦਰਸ਼ਨ ਕਰਨਾ ਹੈ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਨੇ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਇਹ ਅਹਿਸਾਸ ਕਰਾਈਏ ਕਿ ਅਸੀਂ ਅੱਜ ਵੀ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਔਰ ਇਹਦੇ ਨਾਲ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ। ਔਰ ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ 2022 'ਚ ਪੰਜਾਬ 'ਚ ਚੋਣਾਂ ਨੇ, 2022 ਵਿੱਚ ਜਾਂ ਅੱਧ ਵਿਚਕਾਰ ਜਾਂ ਅਖੀਰ 'ਚ ਜਾ ਕੇ ਉੱਤਰ ਪ੍ਰਦੇਸ਼ 'ਚ ਚੋਣਾਂ ਨੇ। ਪੱਛਮੀ ਬੰਗਾਲ 'ਚ ਕਿਸਾਨ ਖੁੱਲ੍ਹ ਕੇ ਕਹਿਣ ਲੱਗ ਗਏ ਸੀ ਕਿ ਕਿਸੇ ਨੂੰ ਵੋਟ ਪਾ ਦਿਓ ਪਰ ਬੀਜੇਪੀ ਨੂੰ ਨਾ ਪਾਓ। ਔਰ ਪੰਜਾਬ 'ਚ ਵੀ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਉਹ ਇਹਨਾਂ ਰਣਨੀਤੀਆਂ ਤੇ ਪਹਿਲਾਂ ਤੋਂ ਹੀ ਐਲਾਨ ਕਰ ਚੁੱਕੇ ਨੇ ਕਿ ਅਸੀਂ ਪੰਜਾਬ 'ਚ ਵੀ ਬੀਜੇਪੀ ਦਾ ਵਿਰੋਧ ਕਰਾਂਗੇ। ਸੋ ਮੈਨੂੰ ਲੱਗਦਾ ਹੁਣ ਕਿਸਾਨ ਮੋਰਚੇ ਨੇ ਜਿਹੜੀ ਰਣਨੀਤੀ ਬਣਾਈ ਹੈ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ, ਉਹਦੇ ਨਾਲ ਹੀ ਸ਼ਾਇਦ ਸਾਡੀ ਗੱਲ ਸੁਣੀ ਜਾਊਗੀ। ਖੈਰ, ਦੇਖਦੇ ਹਾਂ ਕਿ ਬੀਜੇਪੀ ਆਪਣੇ ਵਿਰੋਧ ਤੋਂ ਦੁਖੀ ਹੋ ਕੇ ਕੀ ਸਮਝੌਤੇ ਵਾਲੇ ਰਾਹ 'ਤੇ ਤੁਰੂਗੀ। ਪਰ ਚਾਹੀਦਾ ਤਾਂ ਇਹ ਹੈ ਡੈਮੋਕ੍ਰੇਸੀ ਦੇ ਵਿੱਚ ਕਿ ਸਰਕਾਰ ਇਸ ਮਸਲੇ ਨੂੰ ਜਲਦ ਤੋਂ ਜਲਦ ਨਿਬੇੜ ਦੇ, ਤਾਂ ਕਿ ਨੌਬਤ ਇੱਥੋਂ ਤੱਕ ਆਏ ਨਾ ਕਿ ਕਿਸਾਨ ਅੰਦੋਲਨ ਜਾਂ ਕਿਸਾਨ ਮੋਰਚੇ ਵਾਲੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਵਿਰੋਧ ਕਰਨ। ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਰਾਜਨੀਤੀ ਦੀ ਆਪਣੀ ਵੱਖਰੀ ਅਹਿਮੀਅਤ ਹੈ। ਉਹ ਗੱਲ ਠੀਕ ਹੈ, ਜਿਹੜੀ ਦੂਸ਼ਿਤ ਰਾਜਨੀਤੀ ਹੈ ਉਹ ਮਾੜੀ ਹੈ, ਪਰ ਚੰਗੀ ਰਾਜਨੀਤੀ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਸੋ ਇਸ ਕਰਕੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਫੈਸਲੇ ਨੇ, ਅਗਰ ਸਰਕਾਰ ਰਾਜਨੀਤਿਕ ਤੌਰ ਦੇ ਉੱਤੇ ਹੀ ਇਹਨਾਂ ਦਾ ਹੱਲ ਕੱਢ ਦੇ ਔਰ ਕਿਸਾਨਾਂ ਨਾਲ ਕੋਈ ਸਹਿਮਤੀ ਬਣਾ ਲੇ ਤੇ ਉਹਦੇ ਵਰਗੀ ਰੀਸ ਨਹੀਂ। ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਉਧਰ ਰਾਕੇਸ਼ ਟਕੈਤ ਦੇ ਵੱਲੋਂ ਵੀ ਵੱਡਾ ਬਿਆਨ ਆ। ਰਾਕੇਸ਼ ਟਕੈਤ ਨੇ ਸਾਫ਼ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਹੈ ਹਰਿਆਣਾ ਸਰਕਾਰ ਨੂੰ ਕਿ ਕਿਸੇ ਕਿਸਮ ਦੇ ਵੀ ਕਿਸਾਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਹੁਣ ਇਹ ਮਸਲਾ ਸਿਰਫ ਪੰਜਾਬ ਹਰਿਆਣੇ ਦਾ ਨਹੀਂ ਰਿਹਾ, ਪੂਰੇ ਮੁਲਕ ਦਾ ਬਣਿਆ। ਹਰ ਜਗ੍ਹਾ ਦੇ ਉੱਤੇ ਟੋਲ ਪਲਾਜ਼ਿਆਂ ਦੇ ਉੱਤੇ ਪ੍ਰਦਰਸ਼ਨ ਕਰਨ ਦੀ ਵੀ ਗੱਲ ਆਖੀ ਗਈ ਹੈ ਰਾਕੇਸ਼ ਟਕੈਤ ਦੇ ਵੱਲੋਂ। ਕੀ ਕੁਝ ਰਾਕੇਸ਼ ਟਕੈਤ ਕਹਿ ਰਹੇ ਨੇ ਉਹ ਸੁਣਦੇ ਹਾਂ। पूरी भीड़ इकट्ठी है, लेकिन कोरोना को देखते हुए लोगों को भी कहा गया है कि ज्यादा भीड़ इकट्ठी ना करें और उसका पूरा हम पालन करते हैं, सोशल डिस्टेंस का पालन करते हैं। और हर जगह भी ये आंदोलन चलेंगे। यहाँ पर पूरी समीक्षा बैठक आज सहारनपुर मंडल की थी, उनमें सब लोगों से बातचीत हुई कि आंदोलन को कैसे आगे बढ़ा जाएगा। कल मेरठ मंडल की समीक्षा है और उसके बाद में फिर कल 30 तारीख है, 30 तारीख में मेरठ मंडल की है, 31 तारीख में आगरा मंडल की है। तो ऐसे ही हर रोज एक मंडल को बुलाकर उनको पूरा दिशा निर्देश दिया जाएगा कि उन्होंने 6 महीने में क्या खोया क्या पाया। सब लोग उनसे बातचीत करते हैं, लेकिन यह है कि भारत सरकार अभी टस से मस होने को तैयार नहीं है, तो आंदोलन लंबा चलाने की जरूरत है। पिछले 8 दिन से गाजीपुर बॉर्डर पर काफी हलचल है, उसी क्रम में आज काफी भीड़ हुई है। अचानक ये कोई बड़े आंदोलन की सुगबुगाहट है? हाँ, बड़े आंदोलन के 6 महीने हो गए, तो सरकार नहीं सुन रही, तो मूवमेंट और बदलना पड़ेगा और व्यापक मूवमेंट चलाने पड़ेंगे। अब या तो उत्तर प्रदेश सरकार भी जो दूसरी जगह की भी वे हैं, वे केंद्र सरकार पर अपना दबाव बनावे, प्रेशर बनावे और किसानों के जो मसले हैं भारत सरकार उसको तय करे। और नहीं तय करेगी तो पूरे देश भर में ये आंदोलन और तेज होंगे। ਉਧਰ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਕਾਟੋ ਕਲੇਸ਼ ਦੇ ਵਿੱਚ ਲਗਾਤਾਰ ਇੱਕ ਪਾਸੇ ਜਿੱਥੇ ਵਾਧਾ ਹੋ ਰਿਹਾ, ਉਧਰ ਦੂਜੇ ਪਾਸੇ ਇਸ ਕਾਟੋ ਕਲੇਸ਼ ਨੂੰ ਸੁਲਝਾਉਣ ਦੇ ਲਈ ਵੀ
ਹਾਈ ਕਮਾਨ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੀ ਕੱਲ ਪਹਿਲੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਹਰੀਸ਼ ਰਾਵਤ ਵੀ ਮੌਜੂਦ ਸੀ ਤੇ ਇਸ ਕਮੇਟੀ ਦੇ ਚੇਅਰਮੈਨ ਵੀ ਮੌਜੂਦ ਸੀ, ਜਿਨ੍ਹਾਂ ਨੂੰ ਚੇਅਰਪਰਸਨ ਲਾਇਆ ਗਿਆ ਹੈ, ਉਹ ਵੀ ਇਸ ਦੇ ਵਿੱਚ ਮੌਜੂਦ ਸੀ ਤੇ ਨਾਲ ਹੀ ਇੱਕ ਹੋਰ ਕਾਂਗਰਸੀ ਆਗੂ ਜਿਨ੍ਹਾਂ ਨੂੰ JP ਅਗਰਵਾਲ ਕਿਹਾ ਜਾਂਦਾ ਹੈ, ਉਹ ਵੀ ਇਸ ਦੇ ਵਿੱਚ ਮੌਜੂਦ ਸੀ। ਉਹਨਾਂ ਨੇ ਵਿਚਾਰ ਚਰਚਾ ਹੋਈ ਹੈ, ਜਿਸ ਤੋਂ ਬਾਅਦ ਇਹ ਸਾਫ਼ ਹੋਇਆ ਕਿ 1 ਜੂਨ ਤੋਂ ਇਸ ਕਮੇਟੀ ਦੀ ਸਾਰੀ ਕਾਰਗੁਜ਼ਾਰੀ ਸ਼ੁਰੂ ਹੋ ਜਾਏਗੀ ਤੇ ਵੱਡੇ ਮਸਲਿਆਂ ਦੇ ਉੱਤੇ ਹਰੀਸ਼ ਰਾਵਤ ਨੇ ਵੀ ਗੱਲਬਾਤ ਕੀਤੀ ਹੈ। ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਨੂੰ ਲੈ ਕੇ ਖਾਸ ਤੌਰ ਤੇ ਉੱਤੇ ਟਿੱਪਣੀ की है कि कुछ हरीश रावत ने नवजोत सिंह सिद्धू के बारे क्या सुनो। बातचीत यही हुई है कि हम आपस में बात करके सबसे बात करेंगे और सबसे बात करके फिर किसी नतीजे पे पहुंचेंगे कि उनके मन में क्या है और किस तरह से दूरियां कम हो सकती हैं, और ये काम भी है हमारा। क्या पंजाब में किसी से बात हुई, किसी विधायक से, किसी नेता से आप लोगों ने नहीं सर, बात अभी तो हम आपस में बात किए तो इसके बाद ही बात होगी। कोई समय की सीमा है सर कि कब तक आप लोगों को रिपोर्ट देनी है? नहीं, कोई रिपोर्ट नहीं देनी और जल्दी करेंगे इस काम। आपको लगता है कि जल्दी सुलझ करेंगे। पाएगा जिस तरीके से या झगड़े बन गए वहाँ पर? सर हर चीज़ का हल होता है सर। डेमोक्रेसी में कोई ऐसी चीज़ नहीं है, बातचीत करो, बैठो, बातचीत करो, फैसले लो, तो होगा हल है। नहीं, आज किसी से बात नहीं हुई, हम आपस में बात हुई हमारी। अगली चिंता है किरकिरी हो रही है सर पार्टी की और सर ऐसा नहीं होता सर, किरकिरी कुछ नहीं है। हम बहुत मजबूत हैं वहाँ पे, 100% हमारी सरकार दोबारा आएगी। बस इन चीज़ों को मैनेज करना है, ये कहा जा रहा है ताकि कि सब एक हो सर जाए। ये कहा जा रहा है कि ये मतभेद अब मनभेद के रूप के कोई ले नहीं रहे है, हैं। मैं ऐसा आपस में- मैं नहीं मानता। अगली मीटिंग कब है सर आप लोग? अगली मीटिंग कब करा? जल्दी करेंगे, पंजाब भी 2-3 जाएंगे दिन क्या सर में आप लोग? हो सकता है, शायद हाँ। थैंक यू। देखिए, ये कहना बहुत तर्कसंगत नहीं होगा कि ये केवल जो क्राइसिस जिसको आप कह रहे हैं, और मैं उसको ये कहता हूँ कि परिवार में जो थोड़ा विवाद है ये उसको लेकर के है, बल्कि इतने सीनियर मेंबर्स को, जिसमें मल्लिकार्जुन खड़गे जी के स्टेचर का व्यक्ति हो, JP अग्रवाल जी के स्टेचर का व्यक्ति हो, तो ये भी अपेक्षा की है पार्टी ने कि हम मिल करके 2022 के चुनावी जीत का रोड मैप भी तैयार करें। आजकल वो ट्विटर पर जो है वो तो लिखेंगे ही लिखेंगे, और हम चाहेंगे भी वो लिखें, लेकिन तो पार्टी के खिलाफ लिख रहे हैं, कैप्टन अमरिंदर सिंह को वो चैलेंज नहीं लिख करते रहे हैं। हैं। अब ऐसा नहीं है, वो कोरोना की स्थिति पर लिख रहे हैं। वो जो है किसानों की जो बदहाली है उस पर लिख रहे हैं, और कुछ ऐसे विषयों पर लिख रहे हैं जो केंद्र सरकार की विफलता को दर्शाते हैं। और हम उम्मीद करते हैं कि वो जो पंजाब के विषय में वही लिखेंगे, वही कहेंगे जो पंजाब कांग्रेस के हित में हो और पंजाब के हित में हो। दोनों का हित एक दूसरे से कैप्टन और सिद्धू एक दूसरे को चैलेंज करते हुए नजर आ रहे हैं। कभी होता है भाइयों में, यदि कहीं लगा हो किसी बात से, तो हमारा काम है कि भाइयों को ये कहें कि नहीं, भाइयों में ये मुद्रा नहीं होती, एक दूसरे के बगल में आने की मुद्रा होती है, एक दूसरे के साथ खड़ा होना। एक पासे जिथे अंदरूनी काटो कलेश चल रहा है ते इसे दे विचकार कमेटी की पहली बैठक तो बाद तुरंत बाद एक चंडीगढ़ के सैक्टर 16 ਦੇ ਵਿੱਚ भी मीटिंग होंदी है। इस मीटिंग ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਸਮੇਤ ਪ੍ਰਗਟ ਸਿੰਘ ਅਤੇ ਉਹਨਾਂ ਦੇ ਸਮੇਤ ਕਈ ਵਿਧਾਇਕਾਂ ਦੇ ਹਾਜ਼ਰ ਹੋਣ ਦੀ ਵੀ ਖਬਰ ਰਹੀ ਹੈ। ਉਹਨਾਂ ਦੇ ਵੱਲੋਂ ਇਸ ਮੌਕੇ ਦੇ ਉੱਤੇ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਜੇਕਰ ਕਮੇਟੀ ਸੱਦਦੀ ਹੈ ਤਾਂ ਉੱਥੇ ਕਿਹੋ ਜਿਹੀਆਂ ਦਲੀਲਾਂ ਅਤੇ ਅਪੀਲਾਂ ਹੋਣਗੀਆਂ, ਕਿਹੋ ਜਿਹੀ ਉੱਥੇ ਗੱਲਬਾਤ ਹੋਏਗੀ, ਇਸ ਚੀਜ਼ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਜਲਾਲਪੁਰ MLA ਪਹੁੰਚੇ ਸੀ। ਉਹਨਾਂ ਨੇ ਹਾਲਾਂਕਿ ਬਾਹਰ ਆ ਕੇ ਇਸ ਮੀਟਿੰਗ ਦੇ ਬਾਰੇ ਖੰਡਨ ਕੀਤਾ। ਉਹਨਾਂ ਦਾ ਕਹਿਣਾ ਕਿਉਂਕਿ ਮੀਟਿੰਗ ਨਹੀਂ ਹੋਈ ਸੀ, ਵੇ ਸਿਰਫ ਮਿਲੇ ਆ ਤੇ ਚਾਹ ਦਾ ਕੱਪ ਸਾਂਝਾ ਕੀਤਾ ਹੈ, ਪਰ ਉਹਨਾਂ ਨੇ ਨਾਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਸ਼ਾਸਨ ਤੋਂ ਜ਼ਰੂਰ ਜਤਾਈ ਹੈ। ਕੋਈ ਅੰਦਰ ਕੋਈ MLA ਨਹੀਂ ਹੈ। ਉਹਨਾਂ ਨੇ ਮੈਂ ਤਾਂ ਇੱਕ ਪਰਿਵਾਰ ਕਿਸੇ ਕੰਮ ਮੈਸੇਜ ਸੀ ਕਿਸੇ ਪਰਿਵਾਰ ਦਾ, ਉਹ ਮੈਸੇਜ ਗੱਲ ਕਰਨ ਗਿਆ ਸੀ, ਮੈਂ ਤੇ ਕੱਪ ਚਾਹ ਦਾ ਪੀ ਕੇ ਵਾਪਸ ਆ ਗਿਆ। ਜੇ ਮੀਟਿੰਗ ਹੁੰਦੀ ਮੈਂ ਘੰਟਾ ਬੈਠਦਾ ਹੀ ਅੰਦਰ। ਕੁਲਵੀਰ ਜ਼ੀਰਾ ਅੰਦਰ ਨਹੀਂ ਸੀ ਕਿ ਬੈਠਕ 'ਚ ਮੌਜੂਦ? ਨਾ ਮੈਂ ਨਹੀਂ ਦੇਖਿਆ, ਮੈਂ ਕਿਤੇ ਹੋਰ ਕਮਰੇ 'ਚ ਹੁਣ, ਪਰ ਮੈਂ ਤਾਂ ਕੁੜੀ ਨੂੰ ਮਿਲ ਕੇ ਆਇਆ, ਬੇਟੀ ਨੂੰ। ਸਰ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ, ਕੀ ਲੱਗਦਾ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਤੁਸੀਂ ਵੇਖਦੇ, ਚੋਣਾਂ ਦੇ ਵਿੱਚ ਕੀ ਰਹੇਗਾ?
देखो चोणा कांग्रेस जितूगी, कांग्रेस ठीक है, कांग्रेस ने काम कराए हैं, असं अपने हल्के काम संभाले भी हैं सारे। बार बार डिमांड चेहरे की हो रही है, चेहरा कौन होगा? चेहरा देखो हाईकमांड ने देना, पहले भी मांग हो रही है सर मांगे हाई देखो कोई मंग नहीं हो रही। मैं तो आप कैप्टन साहब के नाल जिले का, मैं क्यों कहूँगा मेरा कैप्टन साहब का चेहरा बदलो। नाराजगी जरूर है, सुधार करने वास्ते है, नाराजगी सुधार हो जाऊगा सारे। ਜਦੋਂ सीएम साहब ने सानू बुलाया, ਸਾਡੇ ਸਾਰਿਆਂ ਨੂੰ ਸੁਝਾਅ ਲੈ ਕੱਲੇ ਕੱਲੇ ਐਮਐਲਏ ਵੀ ਲੋਕ ਕੀ ਚਾਹੁੰਦੇ ਆ, ਲੋਕਾਂ ਦੀ ਆਵਾਜ਼ ਕੀ, ਅਸੀਂ ਦੱਸਦੀ ਲੋਕਾਂ ਦੀ ਆਵਾਜ਼। ਉਧਰ ਕਰੋਨਾ ਕਾਲ ਦੇ ਵਿੱਚ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਨੂੰ ਸੁਲਝਾਉਣ ਦੇ ਲਈ ਕਮੇਟੀਆਂ ਦੀਆਂ ਮੀਟਿੰਗਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਮੋਗਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਦਾ ਪ੍ਰਤੀਕਰਮ ਹੈ। ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਜਿਸ ਦੌਰ ਦੇ ਵਿੱਚ ਕਰੋਨਾ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ, ਆਮ ਲੋਕਾਂ ਨੂੰ ਕਿਸ ਤਰ੍ਹਾਂ ਰਾਹਤ ਦਿੱਤੀ ਜਾਣੀ ਹੈ, ਇਸ ਦੇ ਲਈ ਕਮੇਟੀਆਂ ਦਾ ਗਠਨ ਹੋਣਾ ਚਾਹੀਦਾ ਸੀ। ਇੱਥੇ ਆਪਣੇ ਅੰਦਰੂਨੀ ਕਲੇਸ਼ ਨੂੰ ਮਿਟਾਉਣ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉਹਨਾਂ ਗੰਭੀਰ ਟਿੱਪਣੀ ਕੀਤੀ ਹੈ। ਪੰਜਾਬ ਦੇ ਵਿੱਚ ਕਰੋਨਾ ਕਾਰਨ ਲੋਕ ਮਰ ਰਹੇ ਔਰ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੂੰ ਕਰੋਨਾ ਦੀ ਲੜਾਈ ਦੇ ਲੜਨ ਲਈ ਟੈਸਟਿੰਗ ਦੀ ਕੀ ਅਹਿਮੀਅਤ ਹੈ ਇਹ ਨਹੀਂ ਦੱਸ ਸਕੀ, ਵੈਕਸੀਨੇਸ਼ਨ ਦੀ ਕੀ ਅਹਿਮੀਅਤ ਹੈ ਇਹ ਨਹੀਂ ਦੱਸ ਸਕੀ। ਜਿਹੜੇ ਸਾਡੇ ਸਿਹਤ ਕਾਮੇ ਲੱਗੇ ਹੋਏ ਆ ਉਹਨਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਉਹਨਾਂ ਤੋਂ ਕੰਮ ਕਰਾਇਆ ਜਾ ਰਿਹਾ, ਬੰਦੇ ਭਰਤੀ ਕੀਤੇ ਨਹੀਂ ਜਾ ਰਹੇ ਤੇ ਇਹਨਾਂ ਦੀਆਂ ਦਿੱਲੀ 'ਚ ਮੀਟਿੰਗਾਂ ਹੋ ਰਹੀਆਂ, ਦਿੱਲੀ 'ਚ ਮੀਟਿੰਗਾਂ ਹੋ ਰਹੀਆਂ ਵੀ ਪਾਰਟੀ ਦਾ ਅੰਦਰੂਨੀ ਕਲੇਸ਼ ਕਿਵੇਂ ਮਿਟਾਇਆ ਜਾਵੇ। ਉਹ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਤੁਸੀਂ ਆਪਦੇ ਕਲੇਸ਼ ਫੇਰ ਮਿਟਾਇਓ। ਉਹ ਤੁਹਾਡੀ ਕਮੇਟੀ ਦਾ ਬਣਨੀ ਚਾਹੀਦੀ ਸੀ ਵੀ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਧੀ ਸੀ ਉਹ ਸਾਰੇ ਵਾਅਦੇ ਕਿਵੇਂ ਪੂਰੇ ਕੀਤੇ ਜਾਣ, ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਕਿਵੇਂ ਦਿੱਤਾ ਜਾਵੇ, 2500 ਪੈਨਸ਼ਨ ਕਿਵੇਂ ਦਿੱਤੀ ਜਾਵੇ, ਸਸਤੀ ਬਿਜਲੀ ਕਿਵੇਂ ਦਿੱਤੀ ਜਾਵੇ, ਕਰਪਸ਼ਨ ਫ੍ਰੀ এনवायरमेंट ਕਿਵੇਂ ਦਿੱਤਾ ਜਾਵੇ ਤੇ ਕਰੋਨਾ ਨਾਲ ਕਿਵੇਂ ਲੜਿਆ ਜਾਵੇ। ਤੇ ਤੁਸੀਂ ਆਪਦੀ ਕੁਰਸੀ ਦੀ ਲੜਾਈ ਲੜ ਰਹੇ ਹੋ, ਸਾਡਾ ਖਹਿੜਾ ਛੱਡੋ ਜੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਫ੍ਰੀ ਵੈਕਸੀਨੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਸਮੇਤ ਬੀਬੀ ਜਗੀਰ ਕੌਰ ਨੇ ਇਸ ਦੀ ਆਪ ਹਾਜ਼ਰ ਹੋ ਕੇ ਸ਼ੁਰੂਆਤ ਕਰਵਾਈ ਹੈ। ਇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਕੱਸਿਆ ਹੈ। ਉਹਨਾਂ ਦਾ ਕਹਿਣਾ ਕਿ ਜੋ ਕੰਮ ਪੰਜਾਬ ਦੀ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਸ ਕੰਮ ਦੇ ਵਿੱਚੋਂ ਫੇਲ ਸਾਬਿਤ ਹੋਈ ਹੈ, ਪਰ ਜਿਸ ਤਰ੍ਹਾਂ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਹੈ। ਕਹਿੰਦੇ ਸਾਡੇ ਕੋਲੇ ਕੋਈ ਵੈਕਸੀਨ ਨਹੀਂ ਹੈ, ਆ ਪੰਜਾਬ ਸਰਕਾਰ ਦੇ ਅਫਸਰ ਦਾ ਕਹਿਣਾ ਹੈ ਤੇ ਅਖਬਾਰਾਂ ਦੇ ਅੱਜ। ਮੈਂ ਉਹਨਾਂ ਨੂੰ ਪੁੱਛਿਆ ਫਿਰ ਕਦੋਂ ਆਉਣਗੇ, ਕਹਿੰਦੇ ਸਾਨੂੰ ਕੋਈ ਪਤਾ ਨਹੀਂ, ਸਰਕਾਰ ਨੂੰ ਪਤਾ ਨਹੀਂ, ਸਰਕਾਰ ਕੋਈ ਇੰਤਜ਼ਾਮ ਕਰ ਨਹੀਂ ਰਹੀ। ਸਭ ਤੋਂ ਵੱਧ ਮੌਤਾਂ ਪੰਜਾਬ 'ਚ ਹੋ ਰਹੀਆਂ, ਸਭ ਤੋਂ ਵੱਧ ਲੋਕ ਪਿੰਡਾਂ ਦੇ ਖਾਸ ਕਰਕੇ ਰੂਰਲ ਏਰੀਆ 'ਚ ਲੋਕੀ ਬਹੁਤ ਬਿਮਾਰੀ ਫੈਲ ਰਹੀ ਹੈ। ਤੇ ਮੈਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਸ ਜੰਗ ਵਿੱਚ, ਕੋਵਿਡ ਦੀ ਜੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹੀ ਮਹੀਨੇ ਤੇ ਦਿਨ ਰਾਤ ਮਿਹਨਤ ਕਰਕੇ ਆ ਸੇਵਾ ਸੰਭਾਲੀ ਹੈ। ਤੇ ਮੈਂ ਵਧਾਈ ਦੇਣਾ ਚਾਹੁੰਦਾ, ਧੰਨਵਾਦ ਕਰਨਾ ਚਾਹੁੰਦਾ ਦਿਲ ਦੀ ਗਹਿਰਾਈਆਂ ਤੋਂ ਗੁਰੂ ਰਾਮਦਾਸ ਹਸਪੀਟਲ ਦੇ ਸਟਾਫ ਦਾ, ਨਰਸਿਸ ਦਾ, ਡਾਕਟਰ ਦਾ, ਜਿਨੇ ਆਪਣੀ ਜਾਨ ਤਾਂ ਖਤਰਾ ਹੁੰਦੇ ਹੋਏ ਵੀ ਆਪਣੇ ਉਹਨਾਂ ਨੇ ਸੇਵਾ ਸੰਭਾਲੀ ਹੈ। ਜਿਹੜੇ ਬੀਬੀ ਜੀ ਨੇ ਜ਼ਿਕਰ ਕੀਤਾ 9 ਸੈਂਟਰ ਖੋਲ੍ਹ ਦਿੱਤੇ ਹੈ, 10ਵਾਂ ਸੈਂਟਰ ਅੱਜ 2 ਵਜੇ ਅਸੀਂ ਖੋਲ੍ਹਣ ਜਾ ਰਹੇ ਹਾਂ। ਤਕਰੀਬਨ 150 SGPC ਨੇ ਡਾਕਟਰ ਦੀ ਸੇਵਾ ਲਿੱਤੀ ਹੈ, ਤਕਰੀਬਨ 250 ਨਰਸਿਸ ਹੈ। ਅਸੀਂ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਲਾਹ ਕਰਕੇ ਜੋ ਕੀਤਾ, ਮੈਂ ਸਮਝਦੀ ਹਾਂ ਕਿ ਅੱਜ ਸੰਗਤਾਂ ਨੇ ਬਹੁਤ ਬੜਾ ਸਨਮਾਨ ਕੀਤਾ, बहुत संगतां इस शाबाश दे रही हैं, बहुत सलाह दे रही हैं। इससे करके जो कनेडा की, अमेरिका की, यूके की, न्यूजीलैंड की, दुबई की ਵੱਖ-ਵੱਖ ਥਾਵਾਂ ਦੇ ਉੱਤੇ ਸਾਨੂੰ ਸੰਗਤਾਂ ਦੇ ਸਹਿਯੋਗ ਦੇ ਕੇ ਸ਼ਰਧਾ ਦੇ ਨਾਲ ਆਪ ਕੰਸੈਂਟਰੇਟਰ ਭੇਜੇ ਨਾਲ। ਹੁਣ ਉਹਨਾਂ ਨੇ ਵੈਂਟੀਲੇਟਰ ਕੱਲ ਚੱਲ ਪਏ ਹੈ। ਟੋਰਾਂਟੋ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪੂਰੀ ਕਮੇਟੀ ਨੇ ਅਪੀਲ ਪਾਈ ਕਿ ਬੀਬੀ ਜੀ ਨੇ ਕਿਹਾ ਕਿ ਹੁਣ ਕੰਸੈਂਟਰੇਟਰ ਭਾਵੇਂ ਘੱਟ ਕਰ ਦਿਓ ਲੇਕਿਨ ਸਾਨੂੰ ਵੈਂਟੀਲੇਟਰ ਭੇਜੋ। ਤੀਜਾ ਪੜਾਅ ਆ ਰਿਹਾ ਹੈ, ਅਸੀਂ ਤੀਜੇ ਪੜਾਅ ਦੀ ਤਿਆਰੀ ਕਰਨੀ ਹੈ ਕਿ ਸਾਨੂੰ ਘੱਟੋ ਘੱਟ 100 ਵੈਂਟੀਲੇਟਰ ਲਾਈਏ ਤਾਂ ਜੋ ਅਸੀਂ ਲੋਕਾਂ ਦੀ ਉਹ ਵੀ ਸੇਵਾ ਕਰ ਸਕੀਏ। ਕੋਈ ਤੜਪੇ ਨਾ ਮਰ ਜਾਣ, ਕੋਈ ਇਹ ਨਾ ਕਵੇ ਕਿ ICU 'ਚ ਥਾਂ ਨਹੀਂ ਮਿਲੀ, ਬੈੱਡ ਨਹੀਂ ਮਿਲਿਆ, ਵੈਂਟੀਲੇਟਰ ਨਹੀਂ ਮਿਲਿਆ। ਅਸੀਂ ਉਹ ਵੀ ਅਗਲੇ ਪੜਾਅ ਦੀ ਤਿਆਰੀ ਕਰਨ ਲੱਗ ਪਏ। ਵਾਹਿਗੁਰੂ ਕਰੇ ਸੁੱਖ ਕਰੇ, ਨਾ ਪੜਾਅ ਆਵੇ ਲੇਕਿਨ ਸਰਕਾਰ ਜਿਵੇਂ ਕਹਿ ਰਹੀ ਹੈ, ਦਹਿਸ਼ਤ ਪਾ ਰਹੀ ਹੈ, ਉਹਦੀ ਤਿਆਰੀ ਕਰਨੀ ਸਾਡਾ ਫਰਜ਼ ਹੈ। ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ
कि अज भी ਜਿਹੜਾ ਵੈਂਟੀ ਵੈਕਸੀਨ ਦੀ ਗੱਲ ਆਈ, ਪਹਿਲਾਂ ਵੀ ਅਸੀਂ ਸਾਰੀ ਵੈਕਸੀਨ ਜਿਹੜੀ ਕੀਤੀ ਹੈ ਅਸੀਂ ਬਿਲਕੁਲ ਇੱਥੇ ਕੈਂਪ ਲਾ ਕੇ ਫ੍ਰੀ ਕੀਤੀ ਹੈ, ਹਸਪਤਾਲ 'ਚ ਵੀ ਫ੍ਰੀ ਕੀਤੀ, ਇੱਥੇ ਵੀ ਫ੍ਰੀ ਕੀਤੀ। ਤੇ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਾਂਗੀ ਕਿ ਅੱਜ ਦਾ ਜਿਹੜਾ ਇਹ ਕੰਮ ਹੋਇਆ ਇਹ ਵੀ ਅਸੀਂ ਜਦੋਂ ਸੋਚਿਆ ਕਿ ਕਿਸੇ ਪਾਸੇ ਵੈਕਸੀਨ ਨਹੀਂ ਮਿਲ ਰਹੀ, ਸਰਕਾਰ ਕੋਈ ਵਾਹ ਨਹੀਂ ਫੜ ਰਹੀ, ਕੋਈ ਭਾਰਤ ਸਰਕਾਰ ਵੱਲੋਂ ਕੋਈ ਇਜਾਜ਼ਤ ਨਹੀਂ ਮਿਲ ਰਹੀ। ਉਧਰ ਲਗਾਤਾਰ ਕਰੋਨਾ ਕਾਲ ਦੇ ਵਿੱਚ ਇਸ ਕਰੋਨਾ ਮਹਾਮਾਰੀ ਦੀ ਲਪੇਟ ਦੇ ਵਿੱਚ ਆਏ ਲੋਕਾਂ ਦੇ ਸਹਿਯੋਗ ਦੇ ਲਈ ਵੱਖ-ਵੱਖ ਸੰਸਥਾਵਾਂ ਅੱਗੇ ਆ ਰਹੀਆਂ ਨੇ। ਬੀਤੇ ਦਿਨੀ ਸ਼ਾਨੇ ਖਾਲਸਾ ਅਤੇ ਫਤਿਹ ਟੀਵੀ ਦੇ ਵੱਲੋਂ ਰਲ ਕੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਵਿੱਚ ਕਰੋਨਾ ਪੀੜਤਾਂ ਦੇ ਲਈ ਇੱਕ ਖਾਸ ਕਿੱਟ ਤਿਆਰ ਕੀਤੀ ਗਈ ਹੈ। ਹਾਲਾਂਕਿ ਅਜਿਹੀ ਇੱਕ ਕਿੱਟ ਪੰਜਾਬ ਸਰਕਾਰ ਦੇ ਵੱਲੋਂ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਫਤਿਹ ਕਿੱਟ ਦਾ ਨਾਮ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੀ ਇੱਕ ਕਿੱਟ ਇਹਨਾਂ ਸੰਸਥਾਵਾਂ ਦੇ ਵੱਲੋਂ ਮਿਲ ਕੇ ਬਣਾਈ ਗਈ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਜ਼ਰੂਰੀ ਲੋੜ ਦੇ ਸਮਾਨ ਨੂੰ ਰੱਖਿਆ ਗਿਆ ਹੈ ਤਾਂ ਜੋ ਘਰਾਂ ਦੇ ਵਿੱਚ ਬੈਠ ਕੇ ਲੋਕ ਇਸ ਮਹਾਮਾਰੀ ਦੇ ਨਾਲ ਆਪਣੇ ਆਪ ਨੂੰ ਲੜਨ ਜੋ ਕਰ ਸਕਣ ਅਤੇ ਇਸ ਮਹਾਮਾਰੀ ਤੋਂ ਛੁਟਕਾਰਾ ਪਾ ਸਕਣ। ਦੱਸਦੀ ਕਿ ਇਸ ਮੌਕੇ ਦੇ ਉੱਤੇ ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਸਮੇਤ ਫਿਲਮੀ ਐਕਟਰ ਅਤੇ ਪੰਜਾਬ ਦੇ ਗਾਇਕ ਨਿੰਜਾ ਵੀ ਮੌਜੂਦ ਰਹੇ ਨੇ ਤੇ ਨਾਲ ਹੀ ਸ਼ਾਨੇ ਖਾਲਸਾ ਦੇ ਮੁਖੀ ਸੰਸਥਾਪਕ ਤੇ ਸਮੇਤ ਫਤਿਹ ਟੀਵੀ ਦੇ ਵੀ ਵੱਡੇ ਆਗੂ ਇਸ ਮੌਕੇ ਦੇ ਉੱਤੇ ਮੌਜੂਦ ਰਹੇ ਨੇ। ਕੀ ਕੁਝ ਉਹਨਾਂ ਨੇ ਗੁਰਪ੍ਰੀਤ ਘੁੱਗੀ ਨੇ ਇਸ ਮੌਕੇ ਦੇ ਉੱਤੇ ਕਿਹਾ, ਉਹ ਸੁਣਾਂਗੇ। ਸੋ ਜਿਨ੍ਹਾਂ ਨੂੰ ਤਾਂ ਕੋਵਿਡ ਦਾ ਸ਼ੱਕ ਹੈ, ਡਾਊਟ ਹੈ, ਉਹਨਾਂ ਦੀ ਤਾਂ ਆਪਣੀ 100% ਕੇਅਰ ਕਿੱਟ ਜਿਹੜੀ ਆਪਣੀ ਹੋਣੀ ਚਾਹੀਦੀ ਹੈ, ਦਾ ਅਸੈਂਸ਼ੀਅਲ ਪਾਰਟ ਹੈ। ਸੋ ਇਹ ਮੇਰੇ ਖਿਆਲ ਨਾਲ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਵਾਰੀ-ਵਾਰੀ ਕਵਰ ਹੋ ਜਾਂਦੀਆਂ ਜਿਹੜੀਆਂ ਕਿ ਇੱਕ ਆਮ ਇਨਸਾਨ ਲਈ ਬਹੁਤ ਜ਼ਰੂਰੀ ਨੇ। 5000 ਕਿੱਟਾਂ ਤਿਆਰ ਹੋ ਚੁੱਕੀਆਂ ਨੇ ਔਰ ਬੇਨਤੀ ਇਹ ਹੈ ਕਿ ਜਿਹੜੀ ਚੀਜ਼ ਇੱਥੋਂ ਮਿਲ ਰਹੀ ਹੈ ਇਹ ਕੋਈ ਇਹ ਨਹੀਂ ਕਿ ਇਹਦੇ ਨਾਲ ਹੀ ਸਾਰਾ ਕੁਝ ਖਤਮ ਹੋ ਜਾਏਗਾ। ਦੁਬਾਰਾ ਕਦੀ ਕਿਸੇ ਨੂੰ ਲੋੜ ਪਵੇ, ਲੋੜਵੰਦ ਹੈ ਤਾਂ ਦੁਬਾਰਾ ਵੀ ਕਿੱਟ ਮੰਗ ਸਕਦਾ, ਕਿਉਂਕਿ ਇਸ ਚੀਜ਼ ਤੋਂ ਸ਼ਾਨੇ ਖਾਲਸਾ ਕਦੇ ਪਿੱਛੇ ਨਹੀਂ ਹਟੇਗਾ। ਵੈਸੇ ਰੱਬ ਕਰੇ ਲੋੜ ਨਾ ਪਵੇ, ਉਦੋਂ ਤੱਕ ਸਭ ਕੁਝ ਨਾਰਮਲ ਹੋ ਜਾਏ ਜੀ। ਪਰ ਇਹਦਾ ਨਾਲ ਪੰਜਾਬੀ ਦੇ ਵਿੱਚ ਕਿਵੇਂ ਇਹ ਇਸਤੇਮਾਲ ਕਿਵੇਂ ਕਰਨਾ ਹੈ ਔਰ ਐਕਸਰਸਾਈਜ਼ ਲਿਖੀਆਂ ਨੇ, ਲੰਗਸ ਵਗੈਰਾ ਨਾਲ ਰਿਲੇਟਡ ਚੀਜ਼ਾਂ ਜਿਹੜੀਆਂ ਨੇ, ਇਹ ਜਿਹੜੀਆਂ ਤੁਸੀਂ ਚੀਜ਼ਾਂ ਇਹਦੇ 'ਚ ਮੈਨੂੰ ਕਹਾਂਗਾ ਕਿ ਅਸੀਂ ਇਹਨੂੰ ਥੋੜ੍ਹਾ ਹੋਰ ਐਕਸਪੈਂਡ ਵੀ ਕਰਾਂਗੇ। ਇਹਦੇ 'ਚ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਹਦੇ ਵਿੱਚ ਸ਼ਾਮਿਲ ਹੋਰ ਕਰ ਸਕਦੇ ਹੋ। ਕੁਝ ਆਸਨ ਐਸੇ ਨੇ ਉਹਦੀ ਫਿਗਰ ਬਣਾ ਕੇ ਆਪਾਂ ਅਗਲੇ ਟਾਈਮ ਤੇ ਔਰ ਘਰੇ ਹੀ ਆਪਣਾ ਆਕਸੀਜਨ ਲੈਵਲ ਕਿਵੇਂ ਵਧਾ ਸਕਦੇ ਹਾਂ। ਕੁਝ ਫਰੂਟਸ, ਕੁਝ ਫੂਡਸ, ਕੁਝ ਐਕਸਰਸਾਈਜ਼ਸ ਔਰ ਕੁਝ ਐਸੇ ਡਰਿੰਕਸ, ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਆਕਸੀਜਨ ਲੈਵਲ ਵੈਸੇ ਵਧਾਉਂਦੀਆਂ ਨੇ। ਸੋ ਅਗਲੀ ਵਾਰੀ ਉਹ ਵੀ ਅਸੀਂ ਇਹਦੇ ਨਾਲ ਐਡ ਕਰਾਂਗੇ, ਪਰ ਫਿਲਹਾਲ ਇੱਕ ਬੇਸਿਕ ਗਾਈਡ ਇਹਦੇ ਵਿੱਚ ਤੁਹਾਡੇ ਉਧਰ ਰਾਜਕੁਮਾਰ ਵੇਰਕਾ ਦੇ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਕਰੋਨਾ ਪੀੜਤ ਪਰਿਵਾਰਾਂ ਦੇ ਲਈ ਖਾਸ ਤੌਰ ਤੇ ਉੱਤੇ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਮਾਲੀ ਧਨ ਦੀ ਸਹਾਇਤਾ ਵੀ ਕੀਤੀ ਗਈ ਹੈ। ਕੈਸ਼ ਪੈਸੇ ਦਿੱਤੇ ਗਏ ਨੇ ਤਾਂ ਜੋ ਘਰਾਂ ਦੇ ਵਿੱਚ ਹੋਰ ਲੋੜੀਂਦਾ ਸਮਾਨ ਪੂਰਾ ਕੀਤਾ ਜਾ ਸਕੇ। ਇਸ ਮੌਕੇ ਦੇ ਉੱਤੇ ਰਾਜਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਹਰ ਕਿਸੇ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਵਕਤ ਦੇ ਦੌਰ ਦੇ ਵਿੱਚ ਆਮ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ। ਮੇਰਾ ਰੋਜ਼ ਦਾ ਸਿਲਸਿਲਾ ਤੁਸੀਂ ਦੇਖ ਰਹੇ ਹੋ, ਸਾਡੇ ਜਿੰਨੇ ਵੀ ਕਾਉਂਸਲਰ ਸਾਥੀ ਹੈ ਔਰ ਅਸੀਂ ਦਿਨ ਰਾਤ ਇਹ ਲੋਕਾਂ ਦੀ ਸੇਵਾ 'ਚ ਲੱਗੇ ਹਾਂ। ਸਾਡਾ ਪਰਿਵਾਰ, ਸਾਡਾ ਹਲਕਾ ਹੈ, ਉਹ ਇਸ ਹਲਕੇ ਦੇ ਕਿਸੇ ਵੀ ਘਰ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ, ਮੈਂ ਰੋਜ਼ ਵਾਅਦਾ ਕੀਤਾ ਕਿ ਹਰ ਘਰ ਦਾ ਦਰਵਾਜ਼ਾ ਮੈਂ ਖਟਖਟਾਊਂਗਾ। ਹਰ ਘਰ ਦੇ ਵਿੱਚ 1 ਮਹੀਨੇ ਦਾ ਰਾਸ਼ਨ 2500 ਰੁਪਏ ਨਾਲ ਉਹਨਾਂ ਨੂੰ ਦਵਾਈਆਂ ਔਰ ਉਹਨਾਂ ਦੇ ਹਾਲ ਚਾਲ ਨੂੰ ਜਾਣਨ ਵਾਸਤੇ ਇਹ ਸਾਡੇ ਸਾਰੇ ਕਾਉਂਸਲਰ ਦਿਨ ਰਾਤ ਮਿਹਨਤ ਕਰਦੇ ਹੈ ਔਰ ਅਸੀਂ ਦਿਨ ਰਾਤ ਸੜਕਾਂ ਤੇ ਹੈ। ਔਰ ਮੈਂ ਫਿਰ ਕਹਾਂਗਾ ਅੰਮ੍ਰਿਤਸਰ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕਿ ਬਾਬੇ ਨਾਨਕ ਦਾ ਫਲਸਫਾ ਨਰ ਸੇਵਾ ਨਰੈਣ ਸੇਵਾ ਦਾ ਹੈ। आओ मिल के एक दूसरे की मदद करिए, एक दूसरे का साथ दईए, एक दूसरे की सेवा करिए ताकि ये जड़ा सिलसिला है अगे बढ़ता रहे। मैं रोज़ ये गल कह रहा कि साथी हाथ बढ़ाना, एक अकेला थक जाएगा, मिलकर बोझ उठाना। ये सारिਆਂ ਨੂੰ मिल के ये शहर के ਜਿਹੜੇ ਸਾਡੇ लोग है, ਸਾਡੇ परिवार है, ਜਿਹੜੇ मुश्किल ਦੇ ਵਿੱਚ ਆਏ ਹੋਏ ਹੈ, ਅੱਜ ਉਹਨਾਂ ਨੂੰ ਜ਼ਰੂਰਤ ਹੈ ਮਦਦ ਦੀ। आओ मिल के मदद करिए, एक दूसरे का साथ दईए, एक दूसरे की बाँह फड़िए और इंसानियत का नेक पैगाम यही है कि जियो और जीने दो। मैं सविंदर सिंह सातकोट खालसा जी, वार्ड नंबर साडी 73 आ। सो अज 4-5 वार्डां दा सारे साडे कौंसलर साथी देवगन जी, डॉक्टर अनूप जी, होर साथी गुलाटी साहब और जिन्ने भी साडे साथी इत्थे पहुँचे ने और खास करके असीं धन्नवादी हाँ।
ਡਾਕਟਰ ਰਾਜਕੁਮਾਰ ਵਿਰਕਾ ਜੀ ਦੇ, ਜਿਨ੍ਹਾਂ ਉਪਰਾਲਾ ਸਦਕਾ ਜਿੱਥੇ ਵੀ ਕੋਈ ਕੋਵਿਡ ਪੇਸ਼ੈਂਟ ਚਾਹੇ ਜਿੱਦਾਂ ਦੀ ਕੋਈ ਮੁਸ਼ਕਿਲ ਆ ਰਹੀ ਆ, ਸਾਡੇ ਸਾਰੇ ਜੁਝਾਰੂ ਸਾਥੀ ਨਾਲ ਲੱਗ ਕੇ ਹਰ ਇੱਕ ਦੀ ਸਾਰ ਲਈ ਜਾ ਰਹੀ ਆ ਔਰ ਘਰ ਘਰ ਜਾ ਕੇ ਜਿਹੜੇ ਆ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ। ਉਧਰ ਭਾਜਪਾ ਦੇ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਦੇ ਉੱਤੇ ਭਾਜਪਾ ਆਗੂ ਸ਼ਵੇਤ ਮਲਿਕ ਮੌਜੂਦ ਰਹੇ ਨੇ। ਸ਼ਵੇਤ ਮਲਿਕ ਨੇ ਇਸ ਉਦਘਾਟਨ ਦੇ ਮੌਕੇ ਦੇ ਉੱਤੇ ਕਿਹਾ ਕਿ ਜ਼ਰੂਰੀ ਹੈ ਕਿ ਪੂਰਾ ਮੁਲਕ ਇਸ ਵੈਕਸੀਨੇਸ਼ਨ ਨੂੰ ਕਰਵਾਵੇ ਤਾਂ ਜੋ ਇਸ ਮਹਾਮਾਰੀ ਤੋਂ ਛੁਟਕਾਰਾ ਪੈ ਸਕੇ ਅਤੇ ਇਸ ਮਹਾਮਾਰੀ ਦੀ ਚੇਨ ਜਿਹੜੀ ਆ ਟੁੱਟ ਸਕੇ। ਐਸਾ ਹੈ ਜੀ ਕਿ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਜੋ ਇੱਕ ਸਾਡੀ ਭਾਰਤੀ ਜਨਤਾ ਪਾਰਟੀ ਦਾ ਕਾਰਜਕ੍ਰਮ ਚੱਲ ਰਿਹਾ ਹੈ ਸੇਵਾ ਹੀ ਸੰਗਠਨ, ਉਹਦੇ ਅੰਤਰਗਤ ਅੱਜ ਇਹ ਕਰੋਨਾ ਤੋਂ ਲੋਕਾਂ ਦੇ ਬਚਾਵ ਲਈ ਟੀਕਾਕਰਨ ਕੈਂਪ ਲਾਇਆ ਗਿਆ ਔਰ ਇਹਦੀ ਮੰਗ ਜਿਹੜੀ ਹੈ ਉਹ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਬੀਜੇਪੀ ਦੇ ਰਕੇਸ਼ ਗਿੱਲ ਜੀ ਨੇ ਮੇਰੇ ਤੋਂ ਕੀਤੀ ਸੀ। ਸੋ ਐਜ਼ ਏ ਮੈਂਬਰ ਆਫ ਪਾਰਲੀਮੈਂਟ ਇਹ ਸ਼੍ਰਿੰਖਲਾ ਜਿਹੜੀ ਹੈ ਕੈਂਪਾਂ ਦੀ ਚੱਲ ਰਹੀ ਹੈ। ਸੋ ਅੱਜ ਪਾਰਟੀ ਦੇ ਸੀਨੀਅਰ ਲੋਕ ਨੇ, ਜਿਹਦੇ 'ਚ ਮਨੀਸ਼ ਜੀ ਵੀ ਨੇ, ਜਿਹਦੇ 'ਚ ਸਰਵਨ ਜੀ ਵੀ ਨੇ, ਡਾਕਟਰ ਸੰਧੂ ਜੀ ਵੀ ਨੇ, ਵਿੱਕੀ ਰੀਕੋ ਜੀ ਵੀ ਨੇ ਔਰ ਕੁਲਦੀਪ ਜੀ, ਸਾਡੇ ਬੜੇ ਵਰਿਸ਼ਠ ਨੇਤਾ ਬੀਜੇਪੀ ਦੇ ਕੁਲਦੀਪ ਚੰਦ ਜੀ ਉਹ ਵੀ ਨੇ। ਸੋ ਇਹ ਕੈਂਪ ਦਾ ਲੋਕਾਂ ਨੂੰ ਬੜਾ ਲਾਭ ਹੋ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਨਮਨ ਕਰਾਂਗਾ ਕਿ ਜਿਨ੍ਹਾਂ ਨੇ 130 ਕਰੋੜ ਦੇਸ਼ ਵਾਸੀਆਂ ਦਾ ਹਮੇਸ਼ਾ ਚਿੰਤਾ ਕਰਦੇ ਨੇ ਔਰ ਕਰੋਨਾ ਜਿਹੜਾ ਕਿ ਸਾਰੀ ਦੁਨੀਆ ਨੂੰ ਜਿਹਨੇ ਹਿੱਟ ਕੀਤਾ ਹੈ, ਅਸੀਂ ਵਡਭਾਗੀ ਹਾਂ ਕਿ ਉਹਦੀ ਜਿਹੜੀ ਦਵਾਈ ਬਣੀ ਹੈ, ਜਿਹੜੀ ਵੈਕਸੀਨ ਜਿਹਨੂੰ ਅਸੀਂ ਕਹਿੰਦੇ ਆ, ਉਹ ਵੈਕਸੀਨ ਪਹਿਲੀ ਵਾਰੀ ਭਾਰਤ ਨੇ ਬਣਾਈ ਹੈ। ਭਾਰਤ ਨੇ, ਮੋਦੀ ਜੀ ਨੇ ਜਿਹੜੀਆਂ ਲੈਬਸ ਸੀਗੀਆਂ, ਜਿਹੜੀਆਂ ਕੰਪਨੀ ਸੀਗੀਆਂ, ਜਿਸ ਤਰ੍ਹਾਂ ਸੀਰਮ ਕੰਪਨੀ ਬਣਾ ਰਹੀ ਹੈ, ਉਹਨਾਂ ਨੂੰ ਅਗਰਿਮ ਰਾਸ਼ੀ ਦਿੱਤੀ, ਉਹਨਾਂ ਨੂੰ ਫੰਡਿੰਗ ਦਿੱਤੀ ਕਿ ਤੁਸੀਂ ਇਹ ਕਰੋਨਾ ਤੋਂ ਬਚਾਅ ਦੀ ਵੈਕਸੀਨ ਬਣਾਓ। ਐਸਾ ਹੈਗਾ ਜੀ ਕਿ ਇਹ ਤੇ ਲੋਕਾਂ ਦੀ ਜਾਨ ਬਚਾਉਣ ਵਾਲਾ ਕੈਂਪ ਹੈ ਔਰ ਜਿਹੜੀ ਸਰਕਾਰੀ ਗਾਈਡਲਾਈਨਸ ਹੈ ਉਹਦੇ ਵਿੱਚ ਵੀ ਵੈਕਸੀਨੇਸ਼ਨ ਦੇ ਕੈਂਪ ਜਿਹੜੇ ਨੇ, ਟੀਕਾਕਰਨ ਦੇ ਕੈਂਪ ਜਿਹੜੇ ਨੇ ਉਹ ਅਲਾਓ ਕੀਤੇ ਗਏ ਨੇ ਮੁੱਖ ਮੰਤਰੀ ਵੱਲੋਂ। ਜੋ ਅੱਜ ਸਾਡੇ ਰੂਲਸ ਆਏ ਨੇ ਉਸੇ ਕਰਕੇ ਅਸੀਂ ਲਾਅ ਦੀ ਪਾਲਣਾ ਕਰਦੇ ਹੋਏ ਇਹ ਵੈਕਸੀਨੇਸ਼ਨ ਦਾ ਕੈਂਪ ਲਾ ਰਹੇ ਹਾਂ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਤਰੀਕੇ ਨਾਲ ਹੀ ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।